Hello, dear students. You're welcome in today's session. In the earlier session, we had discussed about behavioral approach, its objectives, principles, and its application in teaching of English. As we know, there are different approaches and methods to teach English. So, we will take structure approach today. Are you ready? Yes. Let's start. What is structural approach? Teaching English on the basis of structures. Emphasizing structures or sentence patterns, not sentences. Structure ਜਾਂ sentence patterns ਤੇ ਜ਼ੋਰ ਦੇਣਾ. Then vocab ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਕੀ ਹੈ ਸੈਂਟੈਂਸ ਪੈਟਰਨ ਜਾਂ ਸਟਰਕਚਰ ਅਰਥਾਤ ਆਪਾਂ ਇਕੱਲੀ ਵੋਕੈਬਲਰੀ ਨੂੰ ਰੱਟਾ ਲਾਉਣ ਦੀ ਬਜਾਏ ਸਟਰਕਚਰਸ ਨੂੰ ਸਿੱਖੀਏ ਤਾਂ ਕਿ ਉਹ ਸਟਰਕਚਰਸ ਬਾਅਦ 'ਚ ਸਾਨੂੰ ਸੈਂਟੈਂਸ ਫਾਰਮੇਸ਼ਨ ਪੈਰਾਗ੍ਰਾਫ ਫਾਰਮੇਸ਼ਨ ਹੋਰ ਸਾਰਿਆਂ 'ਚ ਕੰਮ ਦਿੰਦੀ ਹੈ ਪਹਿਲਾਂ ਅਸੀਂ ਉਸ ਨੂੰ ਜਾਣੀਏ ਸ਼ਾਰਟ ਐਂਡ ਸਿੰਪਲ ਫਾਰਮ ਦੇ ਵਿੱਚ ਦਿਸ ਇਜ਼ ਐਨ ਅਪਰੋਚ ਨਾਟ ਅ ਮੈਥਡ ਵੀ ਕੈਨ ਚੂਜ਼ ਐਨੀ ਮੈਥਡ ਸਟਰਕਚਰਲ ਜੋ ਹੈ ਇਹ ਅਪਰੋਚ ਹੈ ਮੈਥਡ ਨਹੀਂ ਹੈ ਇਸ ਕਰਕੇ ਅਸੀਂ ਕੋਈ ਵੀ ਮੈਥਡ ਇਸ ਅਪਰੋਚ ਨੂੰ ਟੀਚ ਕਰਨ ਲਈ ਇਸ ਅਪਰੋਚ ਨੂੰ ਯੂਜ਼ ਕਰਨ ਲਈ ਇੰਗਲਿਸ਼ ਟੀਚ ਕਰਨ ਲਈ ਯੂਜ਼ ਕਰ ਸਕਦੇ ਹਾਂ ਕਿਵੇਂ ਆਈ ਇੰਡੀਆ ਦੇ ਵਿੱਚ ਇਹ ਅਪਰੋਚ ਬ੍ਰੌਟ ਟੂ ਇੰਡੀਆ ਇਨ ਦ ਫਾਰਮ ਆਫ ਸਿਲੇਬਸ ਬਾਈ ਦ ਬ੍ਰਿਟਿਸ਼ ਕੌਂਸਲ ਇਨ 1952 ਹਲਕਾ ਜਿਹਾ ਆਪਾਂ ਹਿਸਟਰੀ ਦੇ ਵਿੱਚ ਆਈਏ ਤਾਂ 1952 ਦੇ ਵਿੱਚ ਇਹ ਭਾਰਤ ਲਿਆਂਦੀ ਗਈ ਅਪਰੋਚ ਉਸ ਤੋਂ ਬਾਅਦ ਐਕਸੈਪਟ ਕਦੋਂ ਕੀਤਾ ਨੇ ਐਕਸੈਪਟਡ ਦਿਸ ਅਪਰੋਚ ਇਨ ਆਲ ਇੰਡੀਆ ਸੈਮੀਨਾਰ ਹੈਲਡ ਇਨ ਨਾਗਪੁਰ ਦੇ ਵਿੱਚ ਆਲ ਇੰਡੀਆ ਸੈਮੀਨਾਰ ਹੋਇਆ ਇੰਗਲਿਸ਼ ਟੀਚਿੰਗ ਅਤੇ ਫੋਰਨ ਲੈਂਗੁਏਜ ਟੀਚਿੰਗ ਦੀ ਉਹਤੇ ਅਪਰੋਚ 'ਤੇ ਕ੍ਰਿਸ਼ਨਾ ਸਵਾਮੀ ਦੇ ਅਕੋਰਡਿੰਗ ਜਿਹੜਾ ਇਹ ਸਾਰਾ ਹੈ ਉਹਨਾਂ ਨੇ ਦੱਸਿਆ ਤਾਂ ਉਦੋਂ ਇਸ ਨੂੰ ਐਕਸੈਪਟ ਕੀਤਾ ਗਿਆ ਇਸ ਅਪਰੋਚ ਨੂੰ ਪੜ੍ਹਾਈ ਦੇ ਵਿੱਚ ਇੰਗਲਿਸ਼ ਦੀ ਪੜ੍ਹਾਈ ਦੇ ਵਿੱਚ ਲਾਗੂ ਕਰਨ ਲਈ ਇਸ ਨੂੰ ਐਕਸੈਪਟ ਕਰ ਲਿਆ ਗਿਆ ਅਤੇ ਇਸ ਨੂੰ ਪਹਿਲਾਂ ਇਹ ਸਮਝਣਾ ਹੈ ਕਿ ਇਹਦੇ ਵਿੱਚ ਜ਼ੋਰ ਕਿਸ 'ਤੇ ਦਿੱਤਾ ਜਾਂਦਾ ਸਟਰਕਚਰਸ 'ਤੇ ਜਾਂ ਸੈਂਟੈਂਸ ਪੈਟਰਨਸ 'ਤੇ ਵੋਕੈਬ 'ਤੇ ਜ਼ੋਰ ਨਹੀਂ ਦਿੱਤਾ ਜਾਂਦਾ ਇਹ ਚੀਜ਼ ਮੇਨ ਹੈ ਅੱਜ ਡੈਫੀਨੇਸ਼ਨਸ ਇਹ ਆਪਾਂ ਇੱਕ ਦੋ ਯਾਦ ਕਰ ਲਾਂਗੇ ਪਰ ਡੈਫੀਨੇਸ਼ਨ ਦਾ ਮੀਨਿੰਗ ਅਗਰ ਸਮਝ ਆ ਜਾਏ ਕਿ ਡਿਫਾਈਨ ਕਿਸ ਤਰ੍ਹਾਂ ਕੀਤਾ ਗਿਆ ਜਿਵੇਂ ਇਹਦੇ 'ਚ ਮੈਨਨ ਐਂਡ ਪਟੇਲ ਦੀ ਕਾਫੀ ਸਟੱਡੀ ਜਿਹੜੀ ਹੈ ਇਸ ਅਪਰੋਚ ਪ੍ਰਤੀ ਹੈ ਉਹ ਕੀ ਕਹਿੰਦੇ ਨੇ ਦ ਸਟਰਕਚਰਲ ਅਪਰੋਚ ਇਜ਼ ਬੇਸਡ ਔਨ ਦ ਬਲੀਫ ਦੈਟ ਇਨ ਦ ਲਰਨਿੰਗ ਆਫ ਅ ਫੋਰਨ ਲੈਂਗੁਏਜ ਮਾਸਟਰੀ ਆਫ ਸਟਰਕਚਰਸ ਇਜ਼ ਮੋਰ ਇੰਪੋਰਟੈਂਟ ਦੈਨ ਦੀ ਐਕੁਜੀਸ਼ਨ ਆਫ ਵੋਕੈਬਲਰੀ ਆਪਾਂ ਹੁਣੇ ਇਹਦੇ ਬਾਰੇ ਕਰਕੇ ਹਟੇ ਹਾਂ ਉਹੀ ਚੀਜ਼ ਇੱਥੇ ਲਾਗੂ ਹੁੰਦੀ ਹੈ ਬੇਟਾ ਕੀ ਚੀਜ਼ ਜ਼ਿਆਦਾ ਹੋਇਆ ਮਾਸਟਰੀ ਆਫ ਸਟਰਕਚਰਸ ਇਜ਼ ਮੋਰ ਇੰਪੋਰਟੈਂਟ ਦੈਨ ਦੀ ਐਕੁਜੀਸ਼ਨ ਆਫ ਵੋਕੈਬਲਰੀ ਨਾਲੋਂ ਇੰਪੋਰਟੈਂਟ ਹੈ ਸਟਰਕਚਰਸ ਆਪਾਂ ਇਹਦੀ ਇੰਟਰੋ ਦੇ ਵਿੱਚ ਵੀ ਇਹੀ ਲਾਈਨ ਲਈਏ ਤਾਂ ਸਾਨੂੰ ਡੈਫੀਨੇਸ਼ਨ ਯਾਦ ਰੱਖਣੀ ਸੌਖੀ ਹੋ ਜਾਂਦੀ ਹੈ ਸਟਰਕਚਰਲ ਅਪਰੋਚ ਕਿਸ ਬਿਲੀਫ 'ਤੇ ਕਿਸ ਵਿਸ਼ਵਾਸ 'ਤੇ ਆਧਾਰਿਤ ਹੈ ਕਿ ਜੇ ਫੋਰਨ ਲੈਂਗੁਏਜ ਦੀ ਨੂੰ ਸਿੱਖਣਾ ਹੈ ਅਸੀਂ ਮਾਸਟਰੀ ਕਰਨੀ ਹੈ ਤਾਂ ਪਹਿਲਾਂ ਮਾਸਟਰੀ ਆਫ ਸਟਰਕਚਰਸ ਕਰਨੀ ਪਊਗੀ ਨਾ ਕਿ ਵੋਕੈਬ ਨੈਕਸਟ ਅਗਰ ਆਪਾਂ ਲਈਏ CS ਭੰਡਾਰੀ ਦੇ ਅਕੋਰਡਿੰਗ ਦ ਸਟਰਕਚਰਲ ਅਪਰੋਚ ਟੂ ਇੰਗਲਿਸ਼ ਇਜ਼ ਟੀਚਿੰਗ ਦ ਲਰਨਰ ਸਰਟੇਨ ਸਿਲੈਕਟਿਡ ਸਟਰਕਚਰਸ ਇਨ ਅ ਸਰਟੇਨ ਆਰਡਰ ਜਦੋਂ ਸਟਰਕਚਰਲ ਅਪਰੋਚ ਜਿਹੜੀ ਇੰਗਲਿਸ਼ ਨੂੰ ਆਪਾਂ ਲੈਂਦੇ ਹਾਂ ਕੀ ਚੀਜ਼ ਹੈ ਉਹ ਕਿ ਵਿਦਿਆਰਥੀਆਂ ਨੂੰ ਲਰਨਰਸ ਨੂੰ ਸਿਲੈਕਟਡ ਸਟਰਕਚਰਸ ਪੜ੍ਹਾਉਣੀਆਂ ਨੇ ਸਿਖਾਉਣੀਆਂ ਨੇ ਸਰਟੇਨ ਆਰਡਰ ਦੇ ਵਿੱਚ ਇੱਕ ਤਾਂ ਆਪਾਂ ਆਰਡਰ ਦਾ ਧਿਆਨ ਰੱਖਣਾ ਅਤੇ ਇੱਕ ਸਰਟੇਨ ਸਿਲੈਕਟਡ ਇਹ ਧਿਆਨ ਦੇਣ ਵਾਲੀ ਗੱਲ ਹੈ ਸਿਲੈਕਟਡ ਸਟਰਕਚਰਸ ਸਰਟੇਨ ਆਰਡਰ ਇਹ ਨਹੀਂ ਹੋਵੇ ਕਿ ਪਹਿਲਾਂ ਅਸੀਂ ਉਹ ਸਟਰਕਚਰ ਲੈ ਲਈਏ ਜੋ ਬਾਅਦ 'ਚੋਂ ਸਿਖਾਈ ਜਾਣੀ ਬਣਦੀ ਸੀ ਅਤੇ ਅਸੀਂ ਅਕੋਰਡਿੰਗ ਟੂ ਉਹਦੀ ਕਹਿ ਲਓ ਆਪਾਂ ਕੰਪਲੈਕਸਿਟੀ ਦੇ ਅਕੋਰਡਿੰਗ ਪਹਿਲੇ ਸਿੰਪਲ ਫਿਰ ਉਸ ਤੋਂ ਟਫ ਫਿਰ ਉਸ ਤੋਂ ਟਫ ਇਸ ਤਰ੍ਹਾਂ ਆਪਾਂ ਸਿਖਾਉਣਾ ਬੱਚਿਆਂ ਨੂੰ ਤਾਂ ਇਸ ਐਂਡ ਡੈਫੀਨੇਸ਼ਨਸ ਪ੍ਰਿੰਸੀਪਲਸ ਆਫ ਸਟਰਕਚਰ ਅਪਰੋਚ ਕੀ ਹੈ ਕਿਹੜੇ ਸਿਧਾਂਤਾਂ ਦੇ ਪ੍ਰਿੰਸੀਪਲਸ 'ਤੇ ਬੇਸਡ ਹੈ ਸਭ ਤੋਂ ਜ਼ਿਆਦਾ ਇਹਦਾ ਬੇਸਿਕ ਤਾਂ ਉਹੀ ਹੈਬਿਟ ਫਾਰਮ ਕਰਨੀ ਹੈ ਬੱਚਿਆਂ ਦੀ ਉਹ ਕਾਹਦੇ ਨਾਲ ਹੋਏਗੀ ਪ੍ਰੈਕਟਿਸ ਨਾਲ ਕਿਹਦੇ ਵਿੱਚ LSRW ਤੁਹਾਨੂੰ ਪਤਾ ਹੀ ਹੈ 4 ਸਕਿੱਲਸ ਨੇ ਲਿਸਨਿੰਗ ਸਪੀਕਿੰਗ ਰੀਡਿੰਗ ਰਾਈਟਿੰਗ ਇਹਨਾਂ ਅਪਰੋਚਸ ਨੂੰ ਆਪਾਂ ਜਦੋਂ ਲਾਗੂ ਕਰਾਂਗੇ ਤਾਂ ਇਸ ਅਪਰੋਚ ਨੂੰ ਜਦੋਂ ਲਾਗੂ ਕਰਾਂਗੇ ਤਾਂ ਬੱਚਿਆਂ ਦੇ ਜ਼ੋਰ ਕਿਸ 'ਤੇ ਦੇਣਾ ਆਪਾਂ LSRW 'ਤੇ ਉਹਦੇ ਨਾਲ ਕੀ ਹੋਏਗਾ ਸਾਡੀ ਹੈਬਿਟ ਫਾਰਮੇਸ਼ਨ ਹੋ ਜਾਏਗੀ ਹੈਬਿਟ ਫਾਰਮੇਸ਼ਨ ਦੇ ਲਈ ਕੀ ਹੈ ਪ੍ਰੈਕਟਿਸ ਤਾਂ ਇਹਦਾ ਮੇਨ ਪ੍ਰਿੰਸੀਪਲ ਹੈ ਇਹ ਕਿ ਬੱਚਿਆਂ ਦੀ ਹੈਬਿਟ ਫਾਰਮ ਕਰਨੀ ਹੈ ਪ੍ਰੈਕਟਿਸ ਦੇ ਨਾਲ
LSRW ਦੇ ਵਿੱਚ 4 ਸਕਿੱਲਸ ਦੇ ਵਿੱਚ ਇੰਪੋਰਟੈਂਸ ਦੇਣੀ ਹੈ ਸਪੀਚ ਨੂੰ ਸਭ ਤੋਂ ਜ਼ਿਆਦਾ, ਕਿਉਂਕਿ ਵੈਸੇ ਵੀ ਦੇਖੀਏ ਬੇਟਾ ਆਪਾਂ ਜੋ ਪ੍ਰੈਕਟੀਕਲੀ ਯੂਜ਼ ਦੇ ਵਿੱਚ ਆਉਂਦੀ ਹੈ ਇੰਗਲਿਸ਼, ਉਹ ਬੋਲਣ ਵਾਸਤੇ ਹੀ ਆਉਂਦੀ ਹੈ। ਰਾਈਟਿੰਗ ਫਾਰਮ ਤਾਂ ਬਾਅਦ ਦੇ ਵਿੱਚ ਲੋੜ ਪੈਂਦੀ ਹੈ, ਸਭ ਤੋਂ ਜ਼ਿਆਦਾ ਜ਼ਰੂਰਤ ਸਾਨੂੰ ਸਪੋਕਨ ਫਾਰਮ ਦੇ ਵਿੱਚ ਪੈਂਦੀ ਹੈ। ਅਤੇ ਅੱਜ ਕੱਲ੍ਹ ਇਹ ਹਿੱਸੇ 'ਤੇ ਬੜਾ ਜ਼ੋਰ ਵੀ ਚੱਲ ਰਿਹਾ ਸਪੋਕਨ ਫਾਰਮ 'ਤੇ, ਤਾਂ ਸਪੀਚ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਪਹਿਲਾਂ ਰਿਟਨ ਫਾਰਮ 'ਤੇ ਵੱਧ ਦਿੱਤਾ ਜਾਂਦਾ ਸੀ ਧਿਆਨ, ਵੱਡੇ ਵੱਡੇ ਚੀਜ਼ਾਂ ਯਾਦ ਕਰਵਾ ਦਿੱਤੀਆਂ ਜਾਂਦੀਆਂ, ਬੱਚੇ ਨੂੰ ਰੱਟਾ ਲਗਵਾਇਆ ਜਾਂਦਾ, ਤਾਂ ਇਸੇ ਤੋਂ ਹਟ ਕੇ ਅਪਰੋਚ ਜਿਹੜੀ ਇਹ ਕਹਿੰਦੀ ਹੈ ਕਿ ਸਪੀਚ 'ਤੇ ਫੋਕਸ ਕੀਤਾ ਜਾਵੇ। ਲਰਨਰ ਸ਼ੁੱਡ ਬੀ ਮੋਰ ਐਕਟਿਵ ਦੈਨ ਟੀਚਰ। ਹਾਂ, ਇਹ ਜ਼ਰੂਰੀ ਹੈ ਕਿ ਲਰਨਰ ਐਕਟਿਵਲੀ ਪਾਰਟਿਸਿਪੇਟ ਕਰੇ, ਨਹੀਂ ਤਾਂ ਇੰਝ ਹੁੰਦਾ ਕਿ ਕਲਾਸ ਦੇ ਵਿੱਚ ਟੀਚਰ ਬੋਲਦਾ ਰਹਿੰਦਾ ਔਰ ਲਰਨਰ ਸੁਣਦਾ ਰਹਿੰਦਾ, ਤਾਂ ਸੁਣਦੇ ਸੁਣਦੇ ਕਈ ਵਾਰ ਉਹ ਬੋਰ ਫੀਲ ਕਰਨ ਲੱਗ ਜਾਂਦਾ, ਲੇਜ਼ੀਨੈਸ ਆ ਜਾਂਦੀ ਉਹਦੇ ਵਿੱਚ। ਜਦੋਂ ਲੇਜ਼ੀਨੈਸ ਆ ਜਾਂਦਾ ਤਾਂ ਮਾਈਂਡ ਰਿਸੈਪਟਿਵ ਨਹੀਂ ਰਹਿੰਦਾ, ਜਦੋਂ ਮਾਈਂਡ ਰਿਸੈਪਟਿਵ ਨਹੀਂ ਰਹਿੰਦਾ ਤਾਂ ਉਹਨੂੰ ਸਮਝ ਨਹੀਂ ਆਉਂਦੀ। ਫਿਰ ਇਸ ਕਰਕੇ ਲਰਨਰ ਸ਼ੁੱਡ ਬੀ ਐਕਟਿਵ, ਉਸਨੂੰ ਐਕਟੀਵਿਟੀ ਬੇਸਡ ਆਪਾਂ ਕੰਮ ਦੇਣਾ। ਲਰਨਿੰਗ ਆਫ ਸਟਰਕਚਰਸ ਇਜ਼ ਮੋਰ ਇੰਪੋਰਟੈਂਟ ਦੈਨ ਵੋਕੈਬ। ਇਹ ਲਾਈਨ ਬਾਰ ਬਾਰ ਆ ਰਹੀ ਹੈ ਕਿ ਸਟਰਕਚਰ ਦੀ ਲਰਨਿੰਗ ਜਿਹੜੀ ਹੈ ਵੋਕੈਬ ਨਾਲੋਂ ਜ਼ਿਆਦਾ ਜ਼ਰੂਰੀ ਹੈ। ਸ਼ਬਦਾਂ ਦੇ ਰੱਟੇ ਲਾਉਣ ਦੀ ਲੋੜ ਨਹੀਂ, ਸਟਰਕਚਰ ਯਾਦ ਕਰਨੇ ਚਾਹੀਦੇ ਨੇ। ਅੱਗੇ ਜਾ ਕੇ ਮੈਂ ਤੁਹਾਨੂੰ ਸਟਰਕਚਰਸ ਬਾਰੇ ਦੱਸਦੀ ਵੀ ਹਾਂ ਕਿ ਕਿਵੇਂ ਕੰਮ ਆਉਂਦੀਆਂ ਨੇ ਉਹ। ਮੇਕਿੰਗ ਟੀਚਿੰਗ ਆਫ ਸਟਰਕਚਰਸ ਇੰਟਰਸਟਿੰਗ, ਇਹਦਾ ਪ੍ਰਿੰਸੀਪਲ ਵੀ ਇਹੀ ਹੈ ਕਿ ਜੋ ਸਟਰਕਚਰਸ ਨੂੰ ਵੀ ਪੜ੍ਹਾਉਣਾ ਹੈ ਤਾਂ ਉਹ ਇੰਟਰਸਟਿੰਗ ਵੇ ਦੇ ਵਿੱਚ ਪੜ੍ਹਾਇਆ ਜਾਵੇ, ਤਾਂ ਕਿ ਬੱਚੇ ਉਸ ਨੂੰ ਆਸਾਨੀ ਨਾਲ ਸਿੱਖ ਵੀ ਜਾਣ ਅਤੇ ਬੋਰ ਵੀ ਫੀਲ ਨਾ ਕਰਨ। ਸਿਲੈਕਸ਼ਨ ਕਿਵੇਂ ਕਰਨੀ ਹੈ ਸਟਰਕਚਰਸ ਦੀ, ਕਿਸ ਤਰ੍ਹਾਂ ਚੁਣਾਵ ਕਰਨਾ ਹੈ, ਕਿਹੜੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ। ਸਿਲੈਕਸ਼ਨ ਸ਼ੁੱਡ ਬੀ ਡਨ ਕੀਪਿੰਗ ਇਨ ਵਿਊ ਦ ਫੋਲੋਇੰਗ ਪੁਆਇੰਟਸ। ਕਿਹੜੇ ਕਿਹੜੇ ਨੇਚਰ ਦੇ ਵਿੱਚ ਕੀ ਆ ਗਿਆ। ਨੇਚਰ ਦੇ ਵਿੱਚ ਬੇਟਾ ਕਿ ਉਹ ਸਿੰਪਲ ਹੈ, ਕੰਪਲੈਕਸ ਤਾਂ ਨਹੀਂ। ਨੇਚਰ ਉਹਦੀ ਸਿੰਪਲ ਹੈ ਕਿ ਕੰਪਲੈਕਸ ਹੈ, ਇਹ ਆਪਾਂ ਧਿਆਨ ਦੇਣਾ। ਸਿੰਪਲ ਔਰ ਕੰਪਲੈਕਸ, ਕਿ ਆਸਾਨ ਹੈ ਸਮਝਣ ਦੇ ਵਿੱਚ, ਨੇਚਰ ਉਹਦੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਯੂਜ਼ਫੁਲਨੈਸ, ਕਿ ਆਪਾਂ ਕੋਈ ਸਟਰਕਚਰ ਚੂਜ਼ ਕਰ ਲਈ, ਉਹਦੀ ਯੂਜ਼ਫੁਲਨੈਸ ਹੈ ਹੀ ਨਹੀਂ, ਬੱਚਿਆਂ ਨੂੰ ਆਮ ਲਾਈਫ ਦੇ ਵਿੱਚ ਯੂਜ਼ ਨਹੀਂ ਹੁੰਦੀ, ਤਾਂ ਉਸਦਾ ਕੀ ਫਾਇਦਾ। ਟੀਚਰਬਿਲਟੀ, ਕਿ ਉਸ ਨੂੰ ਪੜ੍ਹਾਉਣ ਦੇ ਯੋਗ ਹੈ, ਟੀਚਰ ਈਜ਼ੀਲੀ ਬੱਚਿਆਂ ਨੂੰ ਪੜ੍ਹਾ ਸਕਦਾ ਉਸਨੂੰ। ਫਰੀਕੁਐਂਸੀ, ਕਿ ਉਸਨੂੰ ਕਿੰਨੀ ਕੁ ਜ਼ਿਆਦਾ ਜ਼ਰੂਰਤ ਪੈਂਦੀ ਹੈ ਜ਼ਿੰਦਗੀ ਦੇ ਵਿੱਚ, ਡੇਲੀ ਲਾਈਫ ਦੇ ਵਿੱਚ। ਕੁਝ ਗੱਲਾਂ ਹੁੰਦੀਆਂ ਆਪਣੇ ਰੋਜ਼ ਰੋਜ਼, ਜਿਵੇਂ ਆਪਾਂ ਸੌਰੀ, ਪਲੀਜ਼, ਥੈਂਕ ਯੂ, ਇੱਦਾਂ ਦੇ ਸ਼ਬਦ ਰੋਜ਼ ਯੂਜ਼ ਕਰਦੇ ਹਾਂ। ਰੇਂਜ ਵੀ ਲਗਭਗ ਇਸ ਤਰ੍ਹਾਂ ਦੇ ਕਿ ਬੱਚੇ ਦਾ ਮੈਂਟਲ ਲੈਵਲ ਕਿ ਉਹ ਰੇਂਜ ਤੱਕ ਪਹੁੰਚ ਪਾਉਂਦਾ। ਆਪਾਂ ਸਟਰਕਚਰਸ ਉਹ ਚੂਜ਼ ਕਰ ਲਏ, 6th ਕਲਾਸ ਨੂੰ ਪੜ੍ਹਾ ਰਹੇ ਹਾਂ, 5th ਕਲਾਸ ਨੂੰ ਪੜ੍ਹਾ ਰਹੇ ਹਾਂ, ਅਤੇ ਰੇਂਜ ਆਪਾਂ ਇਸ ਤਰ੍ਹਾਂ ਦੀ ਰੱਖ ਲਈ ਉਹਨਾਂ ਦੀ, ਅਤੇ ਜ਼ਿਆਦਾ ਸਟਰਕਚਰਸ ਲੈ ਲਈਏ, ਇਹ ਦੋਨੋਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਲਰਨੇਬਿਲਿਟੀ, ਟੀਚ ਐਬਿਲਿਟੀ ਦੇ ਨਾਲ ਹੀ ਸੰਬੰਧਿਤ ਹੋ ਗਿਆ, ਕਿ ਟੀਚਰ ਪੜ੍ਹਾ ਵੀ ਸਕੇ, ਸਿਖਾ ਵੀ ਸਕੇ ਉਹਨਾਂ ਨੂੰ, ਹਰ ਬੱਚੇ ਲਰਨ ਕਰ ਸਕਣ। ਇਹ ਵੀ ਇਹਦੇ ਨਾਲ ਹੀ ਰਿਲੇਟਡ ਹੈ ਕਿ ਉਹਨਾਂ ਦਾ ਜਿਹੜਾ ਮੈਂਟਲ ਲੈਵਲ ਹੈ, ਉਹਨਾਂ ਦੀ ਉਹ ਸ਼ਕਤੀ, ਕੈਪੈਸਿਟੀ ਟੂ ਲਰਨ ਹੈ, ਉਹਨਾਂ ਸਟਰਕਚਰਸ ਲਈ ਹੋਵੇ। ਸਿਲੈਕਸ਼ਨ ਕਰਦੇ ਹੋਏ ਇਹਨਾਂ ਗੱਲਾਂ ਦਾ ਬੜਾ ਧਿਆਨ ਰੱਖਣਾ ਹੈ। ਰਿਸੋਰਸਫੁਲਨੈਸ, ਅਧਿਆਪਕ ਜੇ ਇੱਕ ਸਟਰਕਚਰ ਲੈਂਦਾ ਉਹਦੇ ਨਾਲ ਦੀਆਂ ਕਈ ਗੱਲਾਂ ਉਹਨੂੰ ਸਮਝਾ ਸਕੇ, ਰਿਸੋਰਸਫੁਲਨੈਸ ਹੋਵੇ। ਇੱਕ ਸਟਰਕਚਰ ਦੀ ਕਈ ਐਗਜ਼ਾਮਪਲਸ ਦਿੱਤੀਆਂ ਜਾ ਸਕਦੀਆਂ ਹੁਣ, ਇਹ ਨਹੀਂ ਕਿ ਬੱਚੇ ਨੂੰ ਪਤਾ ਹੀ ਨਾ ਲੱਗੇ ਕਿ ਕਿਹੜੀ ਸਟਰਕਚਰ ਕਿਵੇਂ ਯੂਜ਼ ਕੀਤੀ ਜਾ ਰਹੀ ਹੈ। ਐਕਸਟੈਂਸ਼ਨ ਦੇ ਵਿੱਚ ਕਿ ਉਸ ਸਟਰਕਚਰ ਨੂੰ ਕਿਸੇ ਹੋਰ ਦੇ ਨਾਲ ਐਡ ਕਰਕੇ ਵਧਾਇਆ ਵੀ ਜਾ ਸਕੇ, ਕੋਈ ਸ਼ਬਦ ਐਡ ਕਰਕੇ ਜਾਂ ਕੁਛ ਹੋਰ ਐਡ ਕਰਕੇ ਉਸਨੂੰ ਅੱਗੇ ਲੈ ਕੇ ਜਾਇਆ ਜਾ ਸਕਦਾ ਹੋਵੇ। ਮੋਰ ਸਟਰਕਚਰਸ ਵੀ ਉਹਦੇ ਨਾਲ ਦੀਆਂ ਦੱਸੀਆਂ ਜਾ ਸਕਦੀਆਂ ਹੋਣ। ਤਾਂ ਸਿਲੈਕਸ਼ਨ ਮਤਲਬ ਕੀ ਹੈ ਸਟਰਕਚਰਸ ਦਾ, ਸਿੰਪਲ ਸ਼ਬਦਾਂ ਵਿੱਚ ਇਹ ਹੈ ਕਿ ਸਟਰਕਚਰਸ ਇੱਕ ਤਾਂ ਬੱਚੇ ਦੀ ਕਲਾਸ ਦੇ ਅਕੋਰਡਿੰਗ, ਬੱਚੇ ਦੇ ਮੈਂਟਲ ਲੈਵਲ ਦੇ ਅਕੋਰਡਿੰਗ ਚੁਣੀਆਂ ਜਾਣ। ਇੱਕ ਕੀ ਉਹਨਾਂ ਨੇ ਯੂਜ਼ਫੁਲਨੈਸ ਹੈਗੀ ਹੈ ਲਾਈਫ ਦੇ ਵਿੱਚ, ਡੇਲੀ ਲਾਈਫ ਨਾਲ ਰਿਲੇਟ ਕਰਕੇ ਦੱਸਿਆ ਜਾਵੇ। ਦਿਸ ਇਜ਼ ਅ ਸਿਲੈਕਸ਼ਨ ਆਫ ਸਟਰਕਚਰਸ। ਤਾਂ ਤਕਰੀਬਨ ਆਪਣਾ ਸਿਲੇਬਸ ਜੋ ਫੋਰਮ ਕੀਤਾ ਹੁੰਦਾ ਇਸੇ ਚੀਜ਼ ਨੂੰ ਧਿਆਨ 'ਚ ਰੱਖ ਕੇ ਕੀਤਾ ਹੁੰਦਾ ਕਿ ਬੱਚਿਆਂ ਦੇ ਮੈਂਟਲ ਲੈਵਲ ਦੇ ਅਕੋਰਡਿੰਗ, ਯੂਜ਼ ਦੇ ਅਕੋਰਡਿੰਗ। ਤਾਂ ਜਦੋਂ ਆਪਾਂ ਸਟਰਕਚਰਸ ਦੀ ਸਿਲੈਕਸ਼ਨ ਕਰਨੀ ਹੈ ਟੀਚਰ ਨੇ, ਤਾਂ ਇਸ ਤਰੀਕੇ ਨਾਲ ਕਰੇ ਕਿ ਉਹ ਬੱਚਿਆਂ ਦੇ ਮਤਲਬ ਦੀ ਹੋਵੇ। ਫਿਰ ਗ੍ਰੇਡੇਸ਼ਨ, ਹੁਣ ਤੁਸੀਂ ਕਹੋਗੇ ਸਿਲੈਕਸ਼ਨ ਅਤੇ ਗ੍ਰੇਡੇਸ਼ਨ 'ਚ ਕੀ ਅੰਤਰ ਹੈ। ਬੇਟੇ ਅੰਤਰ ਹੈ, ਸਿਲੈਕਸ਼ਨ ਤਾਂ ਸਟਰਕਚਰਸ ਨੂੰ ਚੁਣਨਾ, ਕਿਹੜੀਆਂ ਸਟਰਕਚਰਸ ਕਿਹੜੇ ਪਾਰਟ 'ਤੇ ਕਿਹੜੇ ਲੈਵਲ 'ਤੇ ਪੜ੍ਹਾਈਆਂ ਜਾਣ, ਸਮਝਾਈਆਂ ਜਾਣ, ਸਿਖਾਈਆਂ ਜਾਣ, ਪ੍ਰੈਕਟਿਸ ਕਰਵਾਈ ਜਾਵੇ। ਗ੍ਰੇਡੇਸ਼ਨ ਦੇ ਵਿੱਚ ਕੀ ਹੈ, ਗ੍ਰੇਡੇਸ਼ਨ ਦੇ ਵਿੱਚ ਉਹਨਾਂ ਸਟਰਕਚਰਸ ਨੂੰ ਕਿਸੇ ਖਾਸ ਆਧਾਰ 'ਤੇ ਵੰਡ ਲੈਣਾ। ਕਿਸੇ ਖਾਸ ਆਧਾਰ 'ਤੇ ਮਤਲਬ ਜਿਵੇਂ ਗ੍ਰਾਮਰ ਦੇ ਆਧਾਰ 'ਤੇ ਉਹਨਾਂ ਦੀ ਉਹ ਕਰ ਲਈ, ਮੰਨ ਲਓ ਆਪਾਂ ਨਾਊਨ ਵਰਬ ਕਰਾ ਰਹੇ ਹਾਂ, ਐਡਜੈਕਟਿਵਸ ਕਰਵਾ ਰਹੇ ਹਾਂ, ਇਸ ਤਰ੍ਹਾਂ। ਫਿਰ ਜਿਹੜੇ ਛੋਟੇ ਬੱਚੇ, ਜਿਵੇਂ ਆਪਾਂ ਆਮ ਹੀ ਪਹਿਲਾਂ ਇੱਕ ਅੱਖਰ ਵਾਲਾ ਕੰਮ ਕਰਾਤਾ, ਫਿਰ ਬੱਚੇ ਨੂੰ ਪਹਿਲਾਂ ਜਿਵੇਂ ਪੰਜਾਬੀ ਦੇ ਵਿੱਚ ਇੰਗਲਿਸ਼ ਲਗਾ ਲਓ ABC ਕਰਾਉਣੀ, ਫਿਰ ਐਨ, ਐਟ, ਫਿਰ ਸਿੰਪਲ ਨਾਲ ਆਪਾਂ 3 ਸ਼ਬਦਾਂ ਅੱਖਰਾਂ ਵਾਲੇ, ਲੈਟਰਸ ਵਾਲੇ, 3 ਲੈਟਰਸ ਵਰਡ, ਇਸ ਤਰ੍ਹਾਂ। ਇਹ ਤਾਂ ਵਰਡ ਸਿੱਖਣ 'ਚ ਆ ਜਾਂਦਾ। ਸਟਰਕਚਰਸ ਦੇ ਵਿੱਚ ਵੀ ਐਵੇਂ ਕਿ ਸ਼ਾਰਟ, ਫਿਰ ਲੌਂਗ, ਸਿੰਪਲ, ਫਿਰ ਟਫ। ਤਾਂ ਸਭ ਤੋਂ ਪਹਿਲਾਂ ਅਸੀਂ ਲੈਂਦੇ ਹਾਂ ਸਟਰਕਚਰਸ ਦੇ ਵਿੱਚ ਗਰੁੱਪਿੰਗ।
ग्रुपिंग दे विच की आ गया, ग्रुप बनाने। किस तरह की स्ट्रक्चर की ग्रुपिंग होंदी है? फोनैटिक बेस ते, लैक्सिकल बेस ते, ग्रामैटिकल बेस ते, सीमैंटिक बेस ते। फोनैटिक जिवें भाषा दे नाल संबंधित बोलन दे विच, लैक्सिकल मीनिंग दे अकॉर्डिंग, ग्रामैटिकल ग्रामर दे अनुसार कि आपां नाउन वर्ब कर रहे हैं, सीमैंटिक सिमलैरिटी वगैरह दे नाल उन्हां दे। सीक्वेंसिंग दे विच, सीक्वेंसिंग भी इसदे ग्रामैटिकल सीमैंटिक लैक्सिकल मिलते हैं, मतलब पहला आप ग्रामर वालियां करानियां, फिर सीमैंटिक, फिर लैक्सिकल। इस तरह कि पहला उसनों जस्ट सिंपल स्ट्रक्चर्स इस तरह देनी है जिहदे विच ग्रामर का मीनिंग समझ आवे जां ना आवे, जां उहदा मीनिंग ना पता लगे, जां कंसैप्ट ना पता लगे। इस तरह पैटर्नस ऑफ सेंटेंसेस 2 पार्ट 3 पार्ट 4 पार्ट। किमें देखो मैंने नीचे एग्जाम्पल भी दी है। 2 पार्ट दे विच राम प्लेज, आई सिंग, आई वर्क, आई रीड। 3 पार्ट दे विच आई एम रीडिंग, ही इज़ वॉकिंग। 4 पार्ट दे विच रीटा वेंट टू स्कूल। तो इस तरह भी अलग अलग पार्ट के आपां देख के कि बच्चे पहला शॉर्ट भी सब्जैक्ट ते वर्ब है, फिर नाल हैल्पिंग वर्ब भी ऐड होगी, फिर नाल होर भी कुछ ऐड हो गया। इस तरह तो जां इहदे होर भी पार्ट हो सकते जिवें नैगेटिव, इंटरोगेटिव, कमांड रिस्पैक्ट। नैगेटिव दे विच मतलब राम डजंट प्ले। इस तरह इसी मैं एग्जाम्पल मन के चलनी है। इंटरोगेटिव एम आई रीडिंग। कमांड ते रिक्वेस्ट दे विच की हुंदे जिस तरह इंपैरेटिव टाइम गो आउट, लैट्स गो, प्लीज़ डू दिस। फ्रेज पैटर्नस। फ्रेज तुहानूं पता है कि फ्रेज किस नूं कहंदे ने? जिहड़ा पूरा सेंटेंस तां ना होवे, 2 or more वर्ड्स इस तरह जॉइन होण कि वो कुछ ना कुछ मीनिंग दिंदे होण। नॉट फुली सेंटेंस मीनिंग बट कन्वे द मीनिंग। किस तरह बेटा? दैट बुक इज़ ऑन द टेबल, ऑन द टेबल। तो ये किताब टेबल दे उत्ते है, तो ऑन द टेबल पूरी फ्रेज है। दैट बुक इज़ ऑन द टेबल पूरा सेंटेंस है। ऑन द टेबल, इन द लाइब्रेरी, इन द रूम, आप कुछ भी कह सकते हैं। इस तरह के सारे फ्रेजेस कहने हैं। तो इस तो की है पूरा सेंटेंस नहीं, एक तो बच्चे ने पहली बार च करना पऊगा, एक ये नाल छोटिया छोटिया अप द चेयर, अप ऑन द टेबल, इन द गार्डन। इस तरह के मतलब फ्रेजेस आप लै सकते हैं। तो इन्हों तो की है पूरा सेंटेंस तो नहीं बनता, पर बच्चे उन्नी क फ्रेज नूं समझ जाते हैं। तो इस तरह का पैटर्न आप लै सकते हैं। तो ग्रेडेशन कई आधार पर हो सकती है। ग्रुप बना सकते हैं, आप वो तरतीब लै सकते हैं, लड़ी बना सकते हैं कि पहला फर्स्ट, फिर सैकेंड, फिर थर्ड, फिर पैटर्न लै सकते हैं सेंटेंसिस का, फिर फ्रेजेस भी पहले ईजी वाली फ्रेजेस, फिर थोड़े टफ, फिर टफ, इस तरह के फ्रेज पैटर्न लै सकते हैं। इन्हां सारियां चीज़ों को ध्यान विच रख के आपां स्ट्रक्चर्स नूं चूज़ कर सकते हैं तो उन्हां स्ट्रक्चर्स नूं विद्यार्थियों नूं इंग्लिश पढ़ाउण दे विच हैल्पफुल बना सकते हैं। तो मैं फस्ट पार्ट दे विच सिर्फ की कीता है, बट स्ट्रक्चर्स की ने, स्ट्रक्चरल अप्रोच की है। स्ट्रक्चर्स बारे आप अगे होर पढ़ांगे। स्ट्रक्चरल अप्रोच की है टीचिंग इंग्लिश ऑन द बेसिस ऑफ स्ट्रक्चर्स। फिर यदि डिफिनेशन की है आप कि वोकैब ते ध्यान नहीं देना ज़्यादा, स्ट्रक्चर्स ते वध ध्यान देना। प्रिंसिपल्स की ने? ईजी टू कंपलैक्स, लर्नर मोर एक्टिव, नो एम्फेसाइजिंग वोकैबुलरी, ओनली स्ट्रक्चर्स, इंटरेस्टिंग वे स्टडी, स्टूडेंट ओरिएंटेड स्टडी। सिलैक्शन किस बेस से? उसकी यूजफुलनैस, उसकी नेचर, उसकी सोर्सफुलनैस, सारिया चीज़ों को ध्यान में रख के जो असी क्लास में करवा रहे हैं स्ट्रक्चर्स की उहदे काम भी आएंगे बच्चे दे, उन्होंने कितने सुनन मिलणगियां सोसाइटी दे विच, घर दे विच। इस तरह के स्ट्रक्चर्स। फिर ग्रेडेशन किस तरह करनी है? ग्रामर के आधार पर करनी है, फोनैटिक के आधार पर करनी है, कि पार्ट्स के आधार पर करनी है, शॉर्ट फिर लॉन्ग। उस तो बाद जो नैगेटिव, जिवें आप सब तो पहला बच्चे नूं किहड़ा सेंटेंस अगर आप देखिए किहड़ा करवाने आ पॉजिटिव, जिस तरह राम प्लेस। उस तो बाद आप उन्होंने नैगेटिव रूप दसदे हैं, फिर असी इंटरोगेटिव रूप दसदे हैं, उस तो बाद असी कमांड ते रिक्वेस्ट ते आने आ, क्योंकि ये सिंपल टू कंपलैक्स हो जाता है। तो फ्रेजेस किस तरह सिखाने ने, ये सर असी स्ट्रक्चर्स बारे इसके अगले भाग दे विच आपां इन्हां स्ट्रक्चर्स बारे, इन्हां नूं किस तरह इस अप्रोच के की फ़ायदे ने, की नुकसान ने, किस तरह असी यूज़ कर सकते हैं, उस बारे पढ़ांगे। तो अज लिए इन्ना ही प्यारे बच्चों, मैनूं आस है कि तुहानूं ये सारा समझ आ गया हो।